ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। मैं वंदना खन्ना ते लैके हाजिर हाँ प्रोग्राम खास खबर एक नज़र ते रोज़ की तरह अखबारों दीयां खास सुर्खियां ते विचार चर्चा करने लई साडे नाल स्टूडियो दे विच मौजूद ने उगे पत्रकार ते विश्लेषक राकेश शांतिदूत जी। आओ सब तो पहला उन्हां दा स्वागत करते हैं। शांतिदूत जी प्रोग्राम दे विच बहुत-बहुत स्वागत। बहुत मेहरबानी, शुक्रिया। सो हुण रुक करते हैं अज दीयां खास खबरां वल। सब तो पहला गल करांगे जम्मू दे फौजी स्टेशन ते होए ड्रोन हमले दी। शांतिदूत जी ये कोई पहला मामला नहीं है हमले दा, हालांकि साजिश जिहड़ी है वो नाकाम कर दित्ती गई है, पर फिर भी इन्हां हमलिਆਂ ਨੂੰ ਕਿਵੇਂ ਵੇਖਦੇ ਹੋ? 15 ਤੁਸੀਂ ਇੱਕ ਸ਼ਬਦ ਕਿਹਾ ਕਿ ਇਹ ਪਹਿਲਾ ਹਮਲਾ ਨਹੀਂ ਹੈ ਜੀ। ਨਿਸ਼ਚਿਤ ਤੌਰ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਲੰਬੇ ਸਮੇਂ ਤੋਂ ਸਾਨੂੰ ਐਸਾ ਆਉਂਦਾ ਰਿਹਾ ਕਿ ਜਿਹੜਾ ਸਾਡਾ ਗੁਆਂਢੀ ਮੁਲਕ ਹੈ ਉੱਥੇ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਸਾਡੇ ਇਸ ਮੁਲਕ ਦੀ ਜਿਹੜਾ ਸਾਡਾ ਇਸ ਖਿੱਤਾ ਇੱਥੇ ਉਹ ਕੁਝ ਨਾ ਕੁਝ ਪ੍ਰੋਬਲਮ ਕ੍ਰੀਏਟ ਕਰਕੇ ਰੱਖਣੀਆਂ ਚਾਹੁੰਦੀਆਂ ਨੇ ਜੀ। ਪਰ ਇਹ ਮਾਮਲਾ ਚਾਹੇ ਪਹਿਲਾ ਨਹੀਂ ਹੈ, ਪਰ ਇਹ ਉਹਨਾਂ ਦੀ ਜਿਹੜੀ ਰਣਨੀਤੀ ਹੈ ਕੋਈ ਨਵੀਂ ਹੈ, ਕਿਉਂਕਿ ਇਸ ਕਿਸਮ ਦੇ ਜਿਹੜੇ ਹਮਲੇ ਆ ਲਗਾਤਾਰ 2 ਦਿਨ ਹੋਏ ਆ। ਇਹ ਡਰੋਨ ਦਾ ਹਮਲੇ ਜਿਹੜੇ ਹੈ ਉਹ ਸਾਡੇ ਇਸ ਖੇਤਰ ਦੇ ਵਿੱਚ ਜਿਹੜਾ ਹੈ ਉਹ ਪਹਿਲੀ ਵਾਰੀ ਜਿਹੜੇ ਹੈ ਹੋਏ ਆ, ਔਰ ਆਪਣੇ ਆਪ 'ਚ ਇੱਕ ਨਵੀਂ ਚੀਜ਼ ਹੈ ਜੀ। ਔਰ ਇਹਦੇ ਵਿੱਚ ਜਿਹੜੀ ਇੱਕ ਬਹੁਤ ਅੱਛੀ ਚੀਜ਼ ਹੈ ਕਿ ਉਹਦੇ 'ਚ ਸਾਡੀ ਫੌਜ ਨੇ ਇਹ ਕਿਹਾ ਕਿ ਅਸੀਂ ਇਸ ਨਵੀਂ ਕਿਸਮ ਦੀ ਜਿਹੜੀ ਸਟ੍ਰੈਟਜੀ ਬਣਾਈ ਗਈ ਹੈ ਕਿ ਡਰੋਨ, ਕਿਉਂਕਿ ਲੋਕਾਂ ਨੂੰ ਇਹ ਸਾਨੂੰ ਦੱਸਣਾ ਜ਼ਰੂਰੀ ਹੈ ਕਿ ਡਰੋਨ ਉਹ ਚੀਜ਼ ਹੁੰਦੀ ਹੈ ਕਿ ਜਿਨ੍ਹਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਬਿਨਾਂ ਮਾਨਵ ਰਹਿਤ ਜਿਹੜੇ ਵਿਮਾਨ ਕਹਿ ਸਕਦੇ ਹਾਂ, ਜਿਹੜੇ ਬਿਨਾਂ ਆਦਮੀ ਦੇ ਜਿਹੜੇ ਇੱਕ ਜਹਾਜ਼ ਹੁੰਦੇ ਨੇ। ਆਮ ਤੌਰ ਤੇ ਡਰੋਨ ਅੱਜ ਕੱਲ੍ਹ ਛੋਟੇ ਫੰਕਸ਼ਨਾਂ 'ਚ ਵੀ ਯੂਜ਼ ਕੀਤੇ ਜਾਂਦੇ ਆ। ਸੋ ਇਹ ਰਿਮੋਟ ਦੇ ਨਾਲ ਚਲਾਏ ਜਾਂਦੇ ਆ। ਸੋ ਸਾਡੀ ਜਿਹੜੀ ਗਵਰਨਮੈਂਟ, ਸਾਡੀ ਫੌਜ ਨੇ ਇਹ ਕਿਹਾ ਕਿ ਅਸੀਂ ਇਸ ਨਵੀਂ ਟੈਕਨੀਕ ਨੂੰ ਵੀ ਜਿਹੜਾ ਆਪਣੇ ਤਰੀਕੇ ਨਾਲ ਨਿਪਟਣ ਦੇ ਵਿੱਚ ਹੀ ਪ੍ਰਾਇਓਰਿਟੀ ਦੇਵਾਂਗੇ। ਅਸੀਂ ਕਿਸੇ ਬਾਹਰ ਗੁਆਂਢੀ ਮੁਲਕ ਦੀ ਜਿਹੜੀ ਮਦਦ ਨਹੀਂ ਲਵਾਂਗੇ ਜੀ। ਸੋ ਇਹ ਜਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਸਰਕਾਰ ਸ਼ਾਂਤੀ ਬਹਾਲੀ ਕਰਦੀ ਹੈ ਔਰ ਲੋਕਾਂ ਦੀ ਤਰੱਕੀ ਦਾ ਸਾਧਨ ਬਣਨਾ ਸ਼ੁਰੂ ਹੁੰਦਾ ਹੈ, ਲੋਕ ਤਰੱਕੀ ਦੇ ਉਸ ਮਾਹੌਲ ਦੇ ਵਿੱਚ ਆਉਂਦੇ ਆ, ਉਦੋਂ ਜਿਹੜਾ ਉਹ ਗੁਆਂਢੀ ਮੁਲਕ ਸਾਡਾ ਜਿਹੜਾ ਹੈਗਾ ਉਹ ਇਹ ਲਗਾਤਾਰ ਜਿਹੜੀ ਹੈ ਉਹ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ, ਕਈ ਵਾਰੀ ਇੰਟਰਨੈਸ਼ਨਲ ਜਿਹੜਾ ਪਲੇਟਫਾਰਮਸ ਦੇ ਉੱਤੇ ਆ ਕੇ ਤੇ ਹੋਰ ਗੱਲਾਂ ਕਰਦਾ ਕਿ ਅਸੀਂ ਭਾਰਤ ਨਾਲ ਗੱਲ ਵੀ ਕਰਨਾ ਚਾਹੁੰਦੇ ਹਾਂ, ਪਰ ਅੰਦਰ ਖਾਤੇ ਜਿਹੜੀਆਂ ਉਹ ਗੱਲਾਂ ਕਰਦਾ ਉਹਦਾ ਜਿਹੜਾ ਚਿਹਰਾ ਅਸਲੀ ਹੈ ਉਹਨੂੰ ਸਾਹਮਣੇ ਲੈ ਕੇ ਆਉਂਦਾ। ਪਰ ਲਗਾਤਾਰ ਅਸੀਂ, ਕਿਉਂਕਿ ਚੀਨ ਵਾਲੇ ਪਾਸੇ ਵੀ ਸਾਡਾ ਇਸ ਤਰ੍ਹਾਂ ਸਾਨੂੰ ਪ੍ਰੋਬਲਮ ਆ ਰਹੀ ਹੈ, ਤੇ ਸਾਡੀ ਫੌਜ ਦੀ ਤੇ ਸਾਡੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈ ਉਹ ਕਹਿੰਦੇ ਆ ਵੀ ਅਸੀਂ ਆਪਣੇ ਮੁਲਕ ਦੀ ਰੱਖਿਆ ਲਈ ਜਿਹੜਾ ਕਿਸੇ ਵੀ ਕਿਸਮ ਦੀ ਜਿਹੜੀ ਹੈ, ਉਹਨਾਂ ਨੇ ਕਿਹਾ ਵੀ ਅਸੀਂ ਮਿੱਤਰ ਹਾਂ ਜੀ। ਅੱਜ ਕੱਲ੍ਹ ਰਾਜਨਾਥ ਸਿੰਘ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਮਿੱਤਰ ਹਾਂ, ਪਰ ਆਪਣੇ ਉੱਪਰ ਹੋਏ ਹਰ ਹਮਲੇ ਦਾ ਜਵਾਬ ਦੇਣ ਦੀ ਤਾਕਤ ਰੱਖਦੇ ਹਾਂ। ਬਿਲਕੁਲ। ਸੋ ਇਸ ਵੇਲੇ ਨੈਸ਼ਨਲ ਇਨਵੈਸਟੀਗੇਟਿਵ ਜਿਹੜੀ ਏਜੰਸੀ ਆ ਉਹਦੀ ਜਾਂਚ ਕਰ ਰਹੀ ਹੈ, ਔਰ ਮੈਨੂੰ ਲੱਗਦਾ ਵੀ ਛੇਤੀ ਜਿਹੜੇ ਸਾਡੇ ਫੌਜ ਹੈ ਉਹ ਭਾਲ ਕਰ ਲਏਗੀ ਵੀ ਕੀ ਇਹਦੇ ਵਿੱਚ ਅਸਲ ਸੱਚ ਕੀ ਹੈਗਾ ਜੀ। बिल्कुल। इस नाल ही अगली खबर की गल करिए तो ट्विटर ने आखिरकार भारत के गलत नक्शे को अपनी वैबसाइट तो हटा लिया। हालांकि शांतिदूत जी कोई पहली बार नहीं है जो ट्विटर ने गलत नक्शा जोड़ा पेश किया है और चलो हटा भी लिया, पर की लगता है किस दबाव के हेठ उन्होंने हटाया, क्योंकि बार बार इस तरह की हरकतें करते रहे हैं? देखो एक गल समझ लेनी सानूं चाहिए है कि इस किस्म दी जिहड़ियां अटैम्प्ट्स है नक्शे नूं लैके, कदी साडे नक्शे दे विच जिहड़ा कई वारी चीन अपने खिते नूं साडे वाले नूं अपना दस्सण लग पैंदा जी। पर इस किस्म की जो जिहड़ियां वैबसाइट्स ने, जिहड़ी मीडिया के हिस्से ने, जो वो दिखाते हैं तो फिर किते ना किते ऐसा लगता है भी कि ये मगर कोई ना कोई जिहड़ी है जिहड़ी कंस्पिरेसी हो सकती है या कोई स्ट्रैटजी हो सकती है। सो असीं जो इस गल नूं देखते हैं कि ट्विटर ने ऐसा करके जिहड़ा हटाया है, क्योंकि तुहानूं याद होएगा कि इन्हां दिनां दे विच जिहड़ी भारत दी साडी सरकार है उन्हें जिहड़े इस किस्म के सोशल मीडिया प्लेटफॉर्म सी उन्हां लई एक लॉ लैके आंदा सी, और सब तो ज़्यादा उहदे च ट्विटर ही जिहड़ा वो फस रहा है, ਜਿਹੜਾ ਲਗਾਤਾਰ ਕਹਿ ਰਿਹਾ ਕਿ ਅਸੀਂ ਤਰ੍ਹਾਂ ਦੇ ਬਹਾਨੇ ਬਣਾ ਰਿਹਾ ਕਿ ਅਸੀਂ ਇਹਨੂੰ ਨਹੀਂ ਕਰ ਸਕਦੇ, ਜਦ ਕਿ ਬਹੁਤ ਸਾਰੇ ਦੁਨੀਆ ਦੇ ਮੁਲਕਾਂ ਦੇ ਵਿੱਚ ਜਿਹੜੇ ਇਸ ਕਿਸਮ ਦੇ ਮਲਟੀਨੈਸ਼ਨਲ ਪਲੇਟਫਾਰਮਸ ਹੁੰਦੇ ਆ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਨਿਯਮ ਜਿਹੜੇ ਆ ਉਹ ਮੰਨਣੇ ਪੈਂਦੇ ਆ। ਸੋ ਮੈਨੂੰ ਲੱਗਦਾ ਵੀ ਇਹ ਇੱਕ ਉਹਨਾਂ ਨੇ ਇੱਕ ਕਿਸਮ ਦਾ ਜਿਹੜਾ ਨਕਸ਼ਾ ਤੇ ਦਿਖਾਤਾ, ਪਰ ਭਾਰਤੀ ਸਰਕਾਰ ਦੀ ਜਿਹੜੀ ਇੱਕ ਸਟਰੋਂਗ ਕਮਿਟਮੈਂਟ ਹੈ ਕਿ ਅਸੀਂ ਆਪਣੀ ਸੁਰੱਖਿਆ ਦੇ ਨਾਲ ਜਿਹੜੀ ਸਾਡੇ ਮੁਲਕ ਦੀ ਜਿਹੜੀ ਸੁਰੱਖਿਆ ਹੈ ਜੀ ਉਹਦੇ ਲਈ ਜਿਹੜੀ ਵੀ ਸਾਨੂੰ ਪ੍ਰੋਬਲਮ ਆਏਗੀ ਉਹਦੇ ਨਾਲ ਅਸੀਂ ਜਿਹੜਾ ਸਮਝੌਤਾ ਨਹੀਂ ਕਰਨਾ। ਸੋ ਮੈਨੂੰ ਲੱਗਦਾ ਕਿ ਟਵਿੱਟਰ ਨੇ ਜਿਹੜਾ ਸਰਕਾਰ ਦਾ ਸਾਡੀ ਦਾ ਜਿਹੜੀ ਇਹ ਕਮਿਟਮੈਂਟ ਹੈ, ਜਿਹੜੀ ਇਹਨੂੰ ਪੰਜਾਬੀ 'ਚ ਸਖਤੀ ਵੀ ਕਹਿ ਲਈਏ, ਉਹਨੂੰ ਦੇਖਦੇ ਹੋਏ ਫੌਰੀ ਤੌਰ ਦੇ ਉੱਤੇ ਜਿਹੜਾ ਹਟਾਇਆ। ਔਰ ਇਹ ਮੈਨੂੰ ਲੱਗਦਾ ਕਿ ਟਵਿੱਟਰ ਜਲਦੀ ਜਿਹੜਾ ਇਸ ਗੱਲ ਦੇ ਉੱਤੇ ਵੀ ਆਏਗਾ ਵੀ ਜਿਹੜੇ ਨਿਯਮ ਨੇ, ਕਿਉਂਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਸਾਡੇ ਦੇਸ਼ 'ਚ ਜਦੋਂ ਤੁਸੀਂ ਆਪਣਾ ਸਿਸਟਮ ਚਲਾਉਣਾ ਤਾਂ ਸਾਡੇ ਦੇਸ਼ ਦੇ ਨਿਯਮਾਂ ਨਾਲ ਚਲਾਉਣਾ ਪਏਗਾ। ਬਿਲਕੁਲ ਬਿਲकुल ਜਿਵੇਂ ਤੁਸੀਂ ਨਿਯਮਾਂ ਦੀ ਗੱਲ ਕੀਤੀ ਤਾਂ ਡਿਜੀਟਲ ਮੀਡੀਆ ਨੂੰ ਲੈ ਕੇ ਬਹੁਤ ਸਾਰੇ ਨਿਯਮ ਜਿਹੜੇ ਨੇ ਉਹ ਭਾਰਤ ਸਰਕਾਰ ਨੇ ਬਣਾਏ ਨੇ, ਔਰ ਬਹੁਤ ਸਾਰੀਆਂ ਸਵਾਲ ਵੀ ਇੱਥੇ ਉੱਠਦੇ ਰਹੇ ਨੇ ਜਿਹੜੇ ਮੀਡੀਆ ਪਲੇਟਫਾਰਮਸ ਉਹਨਾਂ ਵੱਲੋਂ, ਪਰ ਹੁਣ ਦਿੱਲੀ ਹਾਈ ਕੋਰਟ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਇਹਨਾਂ ਨਿਯਮਾਂ ਤੇ
ਕੋਈ ਰੋਕ ਨਹੀਂ ਲਾਉਣਗੇ, ਕਿਵੇਂ ਵੇਖਦੇ ਹੋ? ਦੇਖੋ ਐਸਾ ਹੈ ਕਿ ਜਿਹੜੀ ਅਸੀਂ ਹੁਣੇ ਗੱਲ ਕੀਤੀ ਕਿ ਭਾਰਤ ਦੀ ਸਰਕਾਰ ਨੇ ਕੁਝ ਜਿਹੜੇ ਮੀਡੀਆ ਪਲੇਟਫਾਰਮਸ ਨੇ, ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਾਂ ਆਈਟੀ ਸੈਕਟਰ ਜਿਹੜਾ ਹੈਗਾ, ਉਹਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਤੇ ਇੱਕ ਨਵੀਂ ਨਿਯਮਾਵਲੀ ਲਿਆਂਦੀ ਹੈ। ਨੋ ਡਾਊਟ ਕਿ ਜਿਹੜਾ ਰਾਈਟ ਟੂ ਐਕਸਪ੍ਰੈਸ਼ਨ ਹੁੰਦਾ, ਰਾਈਟ ਟੂ ਸਪੀਚ ਹੁੰਦਾ, ਸਭ ਤੋਂ ਵੱਡਾ ਫੰਡਾਮੈਂਟਲ ਜਿਹੜਾ ਇੱਕ ਮੌਲਿਕ ਮਨੁੱਖੀ ਅਧਿਕਾਰ ਹੁੰਦਾ ਔਰ ਇਹਨੂੰ ਦਬਾਇਆ ਨਹੀਂ ਜਾ ਸਕਦਾ। ਪਰ ਸਾਡੀ ਸਰਕਾਰ ਨੇ ਨਾਲ ਜਦੋਂ ਮੀਡੀਆ ਕੰਪਨੀਆਂ ਨੇ ਜਦੋਂ ਇਸ ਕਿਸਮ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਸਾਡਾ ਮਕਸਦ ਇਹਦੇ ਮਗਰ ਬਿਲਕੁਲ ਵੀ ਐਸਾ ਨਹੀਂ ਹੈਗਾ ਕਿ ਅਸੀਂ ਆਮ ਆਦਮੀ ਦੀ, ਆਪਣੇ ਮੁਲਕ ਦੇ ਲੋਕਾਂ ਦੀ ਜਿਹੜੀ ਆ ਬੋਲਣ ਦੀ ਜਿਹੜੀ ਆਜ਼ਾਦੀ ਹੈ, ਜਿਹੜੀ ਕਹਿਣ ਦੀ ਆਜ਼ਾਦੀ ਹੈ, ਜਿਹੜਾ ਰਿਐਕਟ ਕਰਨ ਦੀ ਆਜ਼ਾਦੀ ਹੈ, ਉਹਨੂੰ ਖੋਹ ਲਈਏ। ਉਹਨਾਂ ਨੇ ਕਿਹਾ ਵੀ ਸਾਡਾ ਇਹਦੇ ਨਾਲ ਜਿਹੜਾ ਹੈਗਾ, ਸਾਡਾ ਇਹਦੇ ਨਾਲ ਮਤਲਬ ਇਹ ਹੈ ਕਿ ਅਸੀਂ ਆਪਣੇ ਮੁਲਕ ਦੀ ਸੁਰੱਖਿਆ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੈ ਅੱਜ ਕੱਲ੍ਹ, ਕਿਉਂਕਿ ਬਹੁਤ ਸਮੇਂ ਤੋਂ ਜਿਹੜੇ ਐਸੇ ਪਲੇਟਫਾਰਮਸ ਦੇ ਉੱਪਰ ਟੂਲ ਕਿਟਸ ਇਸ ਕਿਸਮ ਦੀਆਂ ਕਈ ਚੀਜ਼ਾਂ ਸਾਹਮਣੇ ਆਈਆਂ, ਬਹੁਤ ਵੱਡੀਆਂ ਜਿਹੜੀਆਂ ਕਈ ਅਸੀਂ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਵੀ ਜਿਹੜਾ ਪਤਾ ਲੱਗਦਾ ਕਿ ਜਿਹੜੇ ਮੈਸੇजेस ਹੈ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਵਰਤੇ ਗਏ। ਹੁਣ ਤਾਂ ਬਹੁਤ ਸਾਰੇ ਰਸਤੇ ਆ ਗਏ ਕਿ ਆਈਪੀ ਪਲੇਟਫਾਰਮ ਦੇ ਜ਼ਰੀਏ ਲੱਭ ਲੈਂਦੇ ਆ, ਫਿਰ ਵੀ ਹੁਣ ਕਾਫੀ ਹੱਦ ਤੱਕ। ਸੋ ਸਾਡੀ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਲੋੜੀਂਦੀ ਇਨਫੋਰਮੇਸ਼ਨ ਹੋਏਗੀ ਉਹ ਅਸੀਂ ਤੁਹਾਡੇ ਕੋਲ ਸੋਰਸ ਵੀ ਪਤਾ ਕਰ ਸਕਦੇ ਹਾਂ। ਸੋ ਇਸ ਗੱਲ ਨੂੰ ਲੈ ਕੇ ਜਿਹੜੀਆਂ ਬਹੁਤੀਆਂ ਬਾਹਰਲੀਆਂ ਕੰਪਨੀਆਂ, ਜਿਹੜੀਆਂ ਬਾਹਰ ਦੇ ਦੇਸ਼ਾਂ ਦੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ, ਉਹਨਾਂ ਨੇ ਤਾਂ ਹੰਗਾਰਾ ਭਰਤਾ ਕਿ ਠੀਕ ਆ ਅਸੀਂ ਕਰਾਂਗੇ ਜੀ। ਥੋੜਾ ਠੀਕ ਹੈ, ਨੋ ਡਾਊਟ ਥੋੜਾ ਬਹੁਤ ਫਸ ਵੀ ਰਹੀਆਂ, ਪਰ ਇਹ ਜਿਹੜੀ ਤੁਸੀਂ ਜਿਸ ਗੱਲ ਦੀ ਕੀਤੀ ਹੈ, ਇਹ ਪਟੀਸ਼ਨ ਕੁਝ ਇੰਡੀਅਨ ਜਿਹੜੇ ਪਲੇਟਫਾਰਮਸ ਨੇ ਜਿੱਦਾਂ ਵਾਇਰ ਆ, ਦਾ ਪ੍ਰਿੰਟ ਹੈ, ਇਹਨਾਂ ਨੇ ਇੱਕ ਜਿਹੜੀ ਹੈ ਫਰੀडम ਆਫ ਜਰਨਲਿਜ਼ਮ ਜਿਹਦੇ ਕਰਕੇ ਨਾਂ ਦਾ ਇੱਕ ਪਲੇਟਫਾਰਮ ਦੇ ਤਹਿਤ ਇਹਨਾਂ ਨੇ ਹਾਈ ਕੋਰਟ 'ਚ ਦਿੱਤੀ ਸੀ ਵੀ ਸਾਨੂੰ ਸਰਕਾਰ ਨੇ ਨੋਟਿਸ ਜਾਰੀ ਕੀਤੇ ਹੈ ਕਿ ਤੁਸੀਂ ਅਗਰ ਨਵੇਂ ਨਿਯਮਾਂ ਨੂੰ ਨਾ ਮੰਨਿਆ ਤਾਂ ਤੁਹਾਡੇ ਤੇ ਰੋਕ ਲਾ ਦਿੱਤੀ ਜਾਊਗੀ। ਸੋ ਮਾਨਯੋਗ ਹਾਈ ਕੋਰਟ ਨੇ ਕਿਹਾ ਵੀ ਇਸ ਸਥਿਤੀ 'ਚ ਤੁਹਾਨੂੰ ਨੋਟਿਸ ਆਇਆ, ਇਹਦੇ ਵਿੱਚ ਸਾਡੀ ਜਿਹੜੀ ਹੈ ਅਸੀਂ ਇਹਦੇ ਉੱਤੇ ਰੋਕ ਨਹੀਂ ਲਾ ਸਕਦੇ। ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਜੇ ਤੁਹਾਨੂੰ ਲੱਗਦਾ ਵੀ ਇਹਦੀ ਜਿਹੜੀ ਤੁਹਾਡੀ ਨਿਯਮਾਵਲੀ ਦੇ ਉੱਪਰ ਤੁਹਾਨੂੰ ਕੋਈ ਉਹਨੂੰ ਪੂਰਨ ਕਰਨ 'ਚ ਪ੍ਰੋਬਲਮ ਆਏਗੀ, ਦੂਸਰੀ ਹੈਗੀ, ਤਾਂ ਉਹਨਾਂ ਨੇ ਕਿਹਾ ਕਿ ਡਿਫਰੈਂਟ ਬੈਂਚ ਨੂੰ ਅਸੀਂ ਜਿਹੜਾ ਹੈ ਉਹ ਜਿਹੜਾ ਐਨਲਿਸਟ ਕਰ ਸਕਦੇ ਹਾਂ। ਸੋ ਫਿਰ ਉਹਨਾਂ ਦੇ ਵਕੀਲ ਨੇ ਕਿਹਾ ਵੀ ਇਹਨੂੰ ਕੀਤਾ ਜਾਣਾ ਚਾਹੀਦਾ ਔਰ ਮਾਨਯੋਗ ਕੋਰਟ ਨੇ ਹੁਣ ਜਿਹੜਾ 7 ਤਰੀਕ ਨੂੰ ਜਿਹੜਾ ਹੈਗਾ ਉਹ ਡਿਵੀਜ਼ਨ ਬੈਂਚ ਦੇ ਉੱਪਰ ਜਿਹੜਾ ਇਹਨੂੰ ਉੱਥੇ ਸੂਚੀਬੱਧ ਕਰ ਦਿੱਤਾ, ਐਨਲਿਸਟ ਕਰ ਦਿੱਤਾ। ਹੁਣ ਇਹ ਜਿਹੜੀ ਉਹਨਾਂ ਦੀ ਪ੍ਰੋਬਲਮ ਕੀ ਹੈ ਅਸਲ 'ਚ ਕਿ ਉਹ ਪੂਰਾ ਕਰ ਸਕਦੇ ਜਾਂ ਨਹੀਂ ਕਰ ਸਕਦੇ ਆ, ਉਹ ਹੁਣ ਉਹ ਬੈਂਚ ਜਿਹੜਾ 7 ਜੁਲਾਈ ਨੂੰ ਉਹਦੇ ਉੱਤੇ ਸੁਣਵਾਈ ਕਰੇਗਾ। ਜੀ ਬਿਲਕੁਲ। ਹੁਣ ਗੱਲ ਕਰਾਂਗੇ ਕਰੋਨਾ ਮਹਾਮਾਰੀ ਦੀ ਟੀਕੇ ਦੀ ਮੁਹਿੰਮ ਦੀ ਗੱਲ ਕਰੀਏ ਤਾਂ ਭਾਰਤ ਅਮਰੀਕਾ ਤੋਂ ਬਹੁਤ ਅੱਗੇ ਨਿਕਲ ਗਿਆ, ਪਰ ਜਦੋਂ ਗੱਲ ਆਬਾਦੀ ਦੀ ਕਰਦੇ ਆ ਸ਼ਾਂਤੀਦੂਤ ਜੀ, ਤੁਹਾਨੂੰ ਲੱਗਦਾ ਕਿ ਇਸ ਲਿਹਾਜ਼ ਦੇ ਨਾਲ ਅਸੀਂ ਅੱਗੇ ਹਾਂ? ਜਦੋਂ ਤੁਸੀਂ ਆਬਾਦੀ ਨਾਲ ਕੰਮ ਕਰੋਗੇ ਫਿਰ ਤਾਂ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਅੱਗੇ ਨਹੀਂ ਹੈ, ਪਰ ਅਸੀਂ ਜਦੋਂ ਪਾਪੂਲੇਸ਼ਨ ਦੀ ਜਿਹੜੀ ਪਾਪੂਲੇਸ਼ਨ ਦਾ ਜਿਹੜਾ ਘਣਾ ਹੋਣਾ, ਪਾਪੂਲੇਸ਼ਨ ਦੀ ਜਿਹੜੀ ਡੈਂਸਿਟੀ ਹੈਗੀ ਹੈ, ਉਹਦੇ ਲਿਹਾਜ਼ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਅਮਰੀਕਾ ਨੇ ਨਿਸ਼ਚਿਤ ਤੌਰ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਕੀਤਾ, ਜਿਹੜਾ ਹਮਲਾ ਮਾਰਿਆ, ਵੀ ਹਮਲਾ ਉਹਨਾਂ ਨੇ ਕੀਤਾ ਵੀ ਅਸੀਂ ਉਹਨਾਂ ਨੇ ਈਵਨ ਇੱਥੇ ਹੈਗੀ ਉਹਨਾਂ ਨੇ ਉਸ ਵਜ੍ਹਾ ਦੇ ਨਾਲ ਜਿਹੜਾ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਚੱਕਤੀਆਂ, ਮਾਸਕ ਲੋਕਾਂ ਦੇ ਲਾਤੇ, ਇਕੱਠੇ ਹੋਣ ਦੇ ਉੱਤੇ ਰੋਕ ਜਿਹੜੀ ਹੈ ਉਸ ਕਿਸਮ ਦੀ ਲਾਤੀ ਹੈਗੀ ਹੈ। ਪਰ ਫਿਰ ਵੀ ਭਾਰਤ ਵਰਗੇ ਮੁਲਕ ਲਈ ਜਦੋਂ ਅਸੀਂ ਇਹਨੂੰ ਅਚੀਵਮੈਂਟ ਤਾਂ ਅਸੀਂ ਕਹਿ ਹੀ ਸਕਦੇ ਹਾਂ, ਕਿਉਂਕਿ ਅਸੀਂ ਬੇਸ਼ੱਕ 125 ਕਰੋੜ ਦੇ ਕਰੀਬ ਦੀ ਜਿਹੜੀ ਹੈ ਇੱਕ ਪਾਪੂਲੇਸ਼ਨ ਦਾ ਦੇਸ਼ ਹੈ ਜੀ। ਸੋ ਉਸ ਵੇਲੇ ਜਦੋਂ ਅਸੀਂ ਉਸ ਪਾਪੂਲੇਸ਼ਨ ਦੀ ਰੇਸ਼ੋ ਦੇ ਨਾਲ ਵੀ ਕਰਦੇ ਹਾਂ ਤਾਂ ਜਿਸ ਵੇਲੇ ਜਿਹੜਾ ਅਮਰੀਕਾ ਹੈ ਉਹ 192-93 ਦਿਨਾਂ ਦੇ ਵਿੱਚ ਜਿਹੜਾ 32.66 ਜਿਹੜੀ ਕਰੋੜ ਲੋਕਾਂ ਨੂੰ ਜਿਹੜੀ ਹੈ ਉਹ ਲਾਉਂਦਾ ਵੈਕਸੀਨੇਸ਼ਨ ਕਰਦਾ, ਤੇ ਸਾਡਾ ਮੁਲਕ ਜਿਹੜਾ 163 ਦੇ ਵਿੱਚ ਹੀ ਜਿਹੜਾ ਉਹ ਤੋਂ ਕੁਝ ਲੱਖ ਫਾਲਤੂ ਮਤਲਬ ਵੱਧ ਕਰ ਦਿੰਦਾ ਹੈਗਾ। ਤਾਂ ਨਿਸ਼ਚਿਤ ਤੌਰ ਤੇ ਭਾਰਤ ਵਰਗਾ ਮੁਲਕ ਜਿਹੜਾ ਜਦੋਂ ਭਾਰਤ ਕਿਉਂਕਿ ਹਲੇ ਜਿਹੜਾ ਪੂਰਨ ਵਿਕਸਿਤ ਜਾਂ ਬਹੁਤ ਅਮੀਰ ਦੇਸ਼ਾਂ ਦੇ ਵਿੱਚ ਹਲੇ ਸ਼ਮੂਰ ਨਹੀਂ ਹੋਇਆ, ਤਾਂ ਸਾਡੇ ਮੁਲਕ ਦੀ ਜਿਹੜੀ ਆਰਥਿਕ ਸਥਿਤੀ ਹੈ, ਸਾਡੇ ਮੁਲਕ ਦਾ ਸਾਡੇ ਮੁਲਕ ਦੀ ਜਿਹੜੀ ਆਬਾਦੀ ਹੈ, ਉਸ ਲਿਹਾਜ਼ ਨਾਲ ਦੇਖੀਏ ਤਾਂ ਸਾਡੀ ਸਰਕਾਰ ਕਾਫੀ ਅੱਛਾ ਕੰਮ ਜਿਹੜਾ ਇਹ ਕਰ ਰਹੀ ਹੈ। ਪਰ ਦੂਸਰੀ ਪਾਸੇ ਗੱਲ ਇਹ ਹੈ ਕਿ ਜਿਸ ਤਰ੍ਹਾਂ ਜਦੋਂ ਮੈਂ ਕਿਹਾ ਕਿ ਪਾਪੂਲੇਸ਼ਨ ਡੈਂਸਿਟੀ ਦੀ ਜਦੋਂ ਗੱਲ ਕਰਦੇ ਹਾਂ ਤਾਂ WHO ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਵਿੱਚ ਹੈ ਵੀ ਜਿਹੜੇ ਜਿਨ੍ਹਾਂ ਦੀ ਪਾਪੂਲੇਸ਼ਨ ਘੱਟ ਹੈ, ਖੇਤਰਫਲ ਵੱਧ ਹੈ, ਉੱਥੇ ਉਹਨਾਂ ਨੇ ਕਿਹਾ ਕਿ ਜਦੋਂ 20% ਜਿਹੜੀ ਜਿਸ ਚੀਜ਼ ਨੂੰ ਹੋ ਜਾਏਗੀ, 20% ਪਾਪੂਲੇਸ਼ਨ ਨੂੰ ਜਦੋਂ ਵੈਕਸੀਨੇਟ ਕਰ ਦਿੰਦੇ ਆ ਤਾਂ ਉਹਨਾਂ ਦਾ ਜਿਹੜਾ ਖਤਰਾ ਹੈ ਅਗਲੀ ਲਹਿਰ ਦਾ ਬਹੁਤ ਘਟ ਜਾਂਦਾ। ਉਸ ਨਜ਼ਰੀਏ ਨਾਲ ਅਸੀਂ ਜਦੋਂ ਦੇਖਦੇ ਹਾਂ ਤਾਂ ਫਿਰ ਭਾਰਤ ਹਲੇ ਉੱਥੇ ਨਹੀਂ ਪਹੁੰਚਿਆ, ਕਿਉਂਕਿ ਭਾਰਤ ਦੀ ਜਿਹੜੀ ਡੈਂਸਿਟੀ ਆਫ ਪਾਪੂਲੇਸ਼ਨ ਆ ਉਹਦੇ ਹਿਸਾਬ ਦੇ ਨਾਲ ਜਿਹੜੀ ਵਿਗਿਆਨਕ ਹਲੇ ਤੱਕ ਕਹਿੰਦੇ ਆ ਰਹੇ ਕਿ ਜਿੰਨੀ ਦੇਰ 70% ਪਾਪੂਲੇਸ਼ਨ ਨੂੰ ਵੈਕਸੀਨੇਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਜਿਹੜਾ ਹੈ ਉਹ ਅਸੀਂ ਉਸ ਖਤਰੇ ਤੋਂ ਮੁਕਤ ਨਹੀਂ ਹੋ ਸਕਦੇ, ਉਸ ਰਿਸਟ੍ਰਿਕਸ਼ਨਸ ਨੂੰ ਪੂਰੀ ਤਰ੍ਹਾਂ ਨਹੀਂ ਹਟਾ ਸਕਦੇ। ਸੋ ਦੂਜੇ ਪਾਸੇ ਸਾਡੇ ਇਹ ਵੀ ਆ ਰਿਹਾ ਕਿ ਹਲੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਇੱਥੇ ਹੁਣ ਪਿਛਲੇ 2 ਦਿਨ ਤੋਂ ਵੈਕਸੀਨੇਸ਼ਨ ਮਿਲ ਹੀ ਨਹੀਂ ਰਹੀ। ਤਾਂ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਨੇ ਵੀ ਜਿਹੜਾ ਹੁਣ ਹਲਫਨਾਮਾ ਦਿੱਤਾ ਸੁਪਰੀਮ ਕੋਰਟ ਦੇ ਵਿੱਚ 2 ਦਿਨ ਪਹਿਲਾਂ, ਵੀ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਤਲਬ 50% ਉਹਨਾਂ ਨੇ ਕਿਹਾ ਕਿ ਅਸੀਂ ਹੁਣ ਜਿਹੜਾ ਪਹਿਲਾਂ ਉਹਨਾਂ ਨੇ ਇੱਕ ਦਿੱਤਾ ਸੀ ਕਿ ਅਸੀਂ ਇੰਨੀ ਵੈਕਸੀਨੇਸ਼ਨ ਜਿਹੜੀ ਹੈ ਦਸੰਬਰ ਤੱਕ ਕਰ ਦਿਆਂਗੇ, ਤੇ ਉਹਦੇ 'ਚ ਹੁਣ 50% 'ਤੇ ਆ ਗਏ। ਸੋ ਇਹ ਚਿੰਤਾ ਦੀ ਗੱਲ ਵੀ ਹੈਗੀ ਹੈ ਜਿੱਥੇ ਇਹ ਹੈ ਕਿ ਅਸੀਂ ਅਮਰੀਕਾ ਵਰਗੇ ਮੁਲਕ ਦਾ ਜਿਹੜਾ ਇਸ ਕਿਸਮ ਦਾ ਮੁਕਾਬਲੇ ਦੀ ਗੱਲ ਕਰਦੇ ਹਾਂ। ਇਹ ਅੱਛੀ ਗੱਲ ਹੈ ਕਿ ਸਾਡੀ ਸਪੀਡ ਉਸ ਅਮਰੀਕਾ ਦੀ ਸਪੀਡ ਦੇ ਬਰਾਬਰ ਹੈ, ਪਰ ਫਿਰ ਵੀ ਸਾਡੀ ਉਸ ਸਪੀਡ ਦੇ ਬਾਵਜੂਦ ਜਿਹੜਾ
ਅਸੀਂ ਹਲੇ ਉਸ ਜਿਹੜਾ ਟੀਚੇ ਨੂੰ ਨਹੀਂ ਪਾ ਰਹੇ ਜਿਹੜਾ ਅਸੀਂ ਪਾਉਣਾ ਹੈ। ਔਰ ਪਰ ਸਰਕਾਰ ਦੀ ਕਮਿਟਮੈਂਟ ਫਿਰ ਕਹਾਂਗਾ ਕਿ ਸਰਕਾਰ ਜਿਸ ਤਰ੍ਹਾਂ ਕਮਿਟਡ ਹੈ ਉਸ ਤਰੀਕੇ ਨਾਲ ਲੱਗਦਾ ਲੋਕਾਂ ਦਾ ਰੁਝਾਨ ਵੀ ਵਧਿਆ ਹੁਣ ਟੀਕਾ ਲਵਾਉਣ 'ਚ। ਸਾਡੇ ਸ਼ੁਰੂ 'ਚ ਰੁਝਾਨ ਹੀ ਨਹੀਂ ਸੀ ਜੀ। ਸੋ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਜਿਹੜੀ ਹੈ ਛੇਤੀ ਤੋਂ ਛੇਤੀ ਜਿਹੜੀ ਅਮਰੀਕਾ ਦੇ ਨਾਲ ਜਿਹੜੀ ਸਪੀਡ ਨਾਲ ਇਹ ਕਹਿ ਰਹੇ ਕਿ ਅਸੀਂ ਅੱਗੇ ਵਧੇ ਹਾਂ, ਸੋ ਇਸ ਸਪੀਡ ਨੂੰ ਹੋਰ ਤੇਜ਼ ਕਰਦੇ ਹੋਏ ਜਿਹੜਾ ਸਾਡਾ ਮੁਲਕ ਆ ਇਹਨੂੰ 100% ਜਿਹੜੀ ਹੈ ਵੈਕਸੀਨੇਟ ਕਰਕੇ ਅਗਲੀਆਂ ਲਹਿਰਾਂ ਜਿਹੜੀਆਂ ਕਰੋਨਾ ਦੀਆਂ ਕਹੀਆਂ ਜਾ ਰਹੀਆਂ ਕਿ ਸ਼ੰਕਾ ਹੈਗੀ ਹੈ ਜੀ ਉਹਦੇ ਤੋਂ ਬਚਾਅ ਕਰ ਲੇਗੀ। ਜੀ ਬਿਲਕੁਲ, ਗੱਲ ਜਿਵੇਂ ਕੀਤੀ ਜਾ ਰਹੀ ਹੈ ਕਰੋਨਾ ਮਹਾਮਾਰੀ ਦੀ, ਤਾਂ ਡੈਲਟਾ ਵੇਰੀਐਂਟ ਦੀ ਵੀ ਗੱਲ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਡੈਲਟਾ ਵੇਰੀਐਂਟ ਜਿਹੜਾ ਕਹਿੰਦੇ ਨੇ ਕਿ ਦਸਤਕ ਦੇ ਚੁੱਕਾ ਹੈ। ਤੁਸੀਂ ਵੀ ਗੱਲ ਕੀਤੀ ਤੀਜੀ ਲਹਿਰ ਦੇ ਖਦਸ਼ੇ ਦੀ, ਕਿਵੇਂ ਦੀਆਂ ਤਿਆਰੀਆਂ ਨੇ ਨਿਪਟਣ ਦੇ ਲਈ? ਦੇਖੋ ਜਿਹੜੇ ਕਲੇਮ ਕੀਤੇ ਜਾ ਰਹੇ ਆ, ਸਭ ਤੋਂ ਵੱਡੀ ਤਿਆਰੀ ਤੇ ਇਹਦੇ ਵਿੱਚ ਇਹ ਹੈ ਕਿ ਪ੍ਰੀਕਾਸ਼ਨਸ ਬਾਰ-ਬਾਰ ਸਰਕਾਰ ਕਹਿ ਰਹੀ ਹੈ ਵੀ ਤੀਸਰੀ ਲਹਿਰ, ਹਾਲੇ ਕਿ ਵਿਗਿਆਨਕ ਇਹ ਕਹਿ ਰਹੇ ਆ ਕਿ ਤੀਸਰੀ ਲਹਿਰ ਉਨੀ ਤੇਜ਼ ਨਹੀਂ ਹੋਣੀ ਜਿੰਨੀਆਂ ਪਹਿਲੀਆਂ 2 ਲਹਿਰਾਂ ਤੇਜ਼ ਹੈ, ਪਰ ਉਹਨਾਂ ਨੇ ਕਿਹਾ ਵੀ ਉਸ ਲਹਿਰ ਉਨੀ ਇਫੈਕਟਿਵ ਨਹੀਂ ਹੋਣੀ, ਪ੍ਰਭਾਵਸ਼ਾਲੀ ਉਨੀ ਨਹੀਂ ਹੋਣੀ ਕਿ ਫਟਾਫਟ ਫੜ ਲਏਗੀ ਕਿਤੇ ਵੀ। ਪਰ ਉਹਨਾਂ ਨੇ ਕਿਹਾ ਕਿ ਉਹਦੇ ਬਾਵਜੂਦ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਸੀਂ ਪਹਿਲੀ ਲਹਿਰ ਤੇ ਜਿੱਤ ਪਾ ਲਈ ਸੀ ਤੇ ਜਿਹੜੀ ਫਿਰ ਜਦੋਂ ਦੂਸਰੀ ਲਹਿਰ ਅਸੀਂ ਅਨਗੋਲੀ 'ਚ ਚਲੇ ਗਏ ਤੇ ਦੂਸਰੀ ਲਹਿਰ ਬਹੁਤ ਵੱਡੇ ਪੈਮਾਨੇ ਤੇ ਆਈ ਔਰ ਅਸੀਂ ਬਹੁਤ ਮੁਸ਼ਕਲ ਸੰਭਾਲਿਆ। ਸੋ ਹੁਣ ਜਿਹੜਾ ਡੈਲਟਾ ਪਲੱਸ ਵੇਰੀਐਂਟ ਦੀ ਗੱਲ ਕਰ ਰਹੇ ਹਾਂ, ਜਦੋਂ ਉਹ ਵੇਰੀਐਂਟ ਆਉਣ ਦੀ ਸ਼ੰਕਾ, ਔਰ ਇਹ ਵੀ ਕਹਿ ਰਿਹਾ ਵੀ ਇਹਦਾ ਜਿਹੜਾ ਖਤਰਾ ਉਹ ਬੱਚਿਆਂ ਤੇ ਹੈ। ਸੋ ਇਸ ਵੇਲੇ ਸਾਨੂੰ ਸਭ ਤੋਂ ਵੱਡੀ ਤਿਆਰੀ ਤੇ ਸਾਡੀ ਜ਼ਿੰਮੇਵਾਰੀ ਦੀ ਹੈ ਸਮਾਜ ਦੀ। ਸੋ ਸਰਕਾਰ ਵੀ ਆਪਣੇ ਸਤਰ ਤੇ ਜ਼ਿੰਮੇਵਾਰੀਆਂ ਕਰ ਰਹੀ ਹੈ, ਜਦੋਂ ਉਹ ਕਹਿ ਰਹੇ ਆ ਵੀ ਹੁਣ ਜਿਹੜਾ 2 ਸਾਲ ਤੋਂ 12 ਸਾਲ ਦੇ ਬੱਚਿਆਂ ਨੂੰ 18 ਸਾਲ ਦੇ ਬੱਚਿਆਂ ਨੂੰ ਵੀ ਵੈਕਸੀਨੇਸ਼ਨ ਜਿਹੜੀ ਹੈ ਛੇਤੀ ਸ਼ੁਰੂ ਹੋ ਜਾਏਗੀ, ਉਹਦਾ ਟ੍ਰਾਇਲ ਚੱਲ ਰਿਹਾ। ਸੋ ਭਾਰਤ ਵਰਗਾ ਮੁਲਕ ਜਦੋਂ ਛੋਟੇ ਬੱਚਿਆਂ ਨੂੰ ਵੀ ਵੈਕਸੀਨੇਟ ਕਰਨ ਲਈ ਇਸ ਟ੍ਰਾਇਲ ਦੀ ਪੋਜੀਸ਼ਨ 'ਚ ਵੀ ਆ ਚੁੱਕਾ ਹੈ, ਇਟ ਮੀਨਸ ਹੈ ਕਿ ਵੈਕਸੀਨੇਸ਼ਨ ਜਿਹੜੀ ਹੈ ਉਹ ਤਿਆਰ ਹੈ। ਔਰ ਤੀਸਰੀ ਲਹਿਰ ਨੂੰ ਨਿਪਟਣ ਦੇ ਨਾਲ ਜਿੱਥੇ ਸਰਕਾਰ ਨੇ ਐਸੀਆਂ ਤਿਆਰੀਆਂ ਕੀਤੀਆਂ, ਮੈਨੂੰ ਲੱਗਦਾ ਕਿ ਸਮਾਜ ਨੂੰ ਜਿਹੜਾ ਫਿਰ ਬਹੁਤ ਵੱਡਾ ਰੋਲ ਅਦਾ ਕਰਨਾ ਪੈਣਾ, ਮਾਪਿਆਂ ਨੂੰ ਖਾਸ ਰੋਲ ਅਦਾ ਕਰਨਾ ਪੈਣਾ, ਕਿਉਂਕਿ ਇਹ ਬੱਚਿਆਂ ਲਈ ਖਤਰਨਾਕ। ਬਿਲਕੁਲ, ਕਰੋਨਾ ਦੀ ਮਾਰ ਸਿਹਤ ਤੇ ਤਾਂ ਪਈ ਹੈ, ਅਰਥ ਵਿਵਸਥਾ ਤੇ ਵੀ ਇਹਦੀ ਬਹੁਤ ਮਾਰ ਪਈ ਹੈ ਔਰ ਕੇਂਦਰ ਸਰਕਾਰ ਨੇ ਇਸ ਤੋਂ ਰਾਹਤ ਦੇ ਲਈ ਇੱਕ ਵੱਡਾ ਰਾਹਤ ਪੈਕੇਜ ਜਿਹੜਾ ਉਹ ਜਾਰੀ ਕੀਤਾ। ਕੀ ਲੱਗਦਾ ਕਿ ਆਮ ਲੋਕਾਂ ਤੱਕ ਇਸ ਦੀ ਪਹੁੰਚ ਕਿਵੇਂ ਹੋਏਗੀ? ਦੇਖੋ, ਇਹ ਬਹੁਤ ਵੱਡਾ ਪੈਕੇਜ ਜਿਹੜਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਪੈਕੇਜ ਸਰਕਾਰ ਨੇ ਸਮੇਂ-ਸਮੇਂ ਤੇ ਆਰਥਿਕ ਮੁਸ਼ਕਲ ਚੋਂ ਕੱਢਣ ਲਈ ਲਿਆਉਂਦੇ ਆ, ਪਰ ਸਾਡੇ ਜਿੰਨੇ ਆਰਥਿਕ ਪੈਕੇਜ ਆਏ ਆ ਨਾ ਉਹ ਅਮੂਮਨ ਜਿਹੜੇ ਆ ਇਨਡਾਇਰੈਕਟ ਆਏ ਆ, ਕਿਉਂਕਿ ਉਹ ਡਾਇਰੈਕਟ ਜਿਹੜੇ ਆ ਸਿੱਧੇ ਤੌਰ ਦੇ ਉੱਤੇ ਬੈਂਕਾਂ ਦੇ ਜ਼ਰੀਏ, ਬੈਂਕ ਗਾਰੰਟੀਜ਼ ਦੇ ਜ਼ਰੀਏ ਸਰਕਾਰ ਗਾਰੰਟੀ ਦੇਗੀ ਬੈਂਕਾਂ ਨੂੰ ਕਿ ਤੁਸੀਂ ਅੱਗੇ ਲੋਨ ਕਰ ਦਿਓ। ਤਾਂ ਉਹਦੇ ਵਿੱਚ ਬੈਂਕਾਂ ਦੀ ਭੂਮਿਕਾ ਕਿੰਨੀ, ਬੈਂਕਾਂ ਨੂੰ ਕਿੰਨਾ ਸਟ੍ਰਿਕਟਲੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਡੀ ਗਾਰੰਟੀ ਨੂੰ ਮੰਨੋ, ਉਹਦੇ ਉੱਤੇ ਹਲੇ ਤੱਕ ਜਿੰਨਾ ਪਿਛਲੇ ਪੈਕੇਜਸ ਆਏ ਆ ਉਹਦੇ ਵਿੱਚ ਕੋਈ ਬਹੁਤ ਵਧੀਆ ਰਿਜ਼ਲਟ ਨਹੀਂ ਆਇਆ, ਬੈਂਕਾਂ ਨੇ ਕੋਈ ਬਹੁਤ ਵਧੀਆ ਜਿਹੜੀ ਹੈ ਭੂਮਿਕਾ ਅਦਾ ਨਹੀਂ ਕੀਤੀ। ਤਾਂ ਪਰ ਜਦੋਂ ਅਸੀਂ ਇੱਕ ਹੋਰ ਚੀਜ਼ ਵਿੱਚ ਦੇਖਦੇ ਹਾਂ ਕਿ ਜਿਹੜੀ ਇਕਨੋਮੀ ਨੂੰ ਠੀਕ ਕਰਨ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਜਿਹੜੇ ਵੱਡੇ ਇਕਨੋਮਿਸਟ, ਜਿਹੜੇ ਮਾਹਰ ਇਕਨੋਮਿਸਟ, ਸਾਡੇ ਮੁਲਕ ਦੇ ਵੀ ਜਿਹੜੇ ਇਕਨੋਮਿਸਟ ਜਿਹੜੇ ਬਾਹਰਲੇ ਦੇਸ਼ਾਂ 'ਚ ਇਸ ਵੇਲੇ ਕੰਮ ਕਰ ਰਹੇ ਆ, ਉਹਨਾਂ ਦਾ ਵੀ ਕਹਿਣਾ ਕਿ ਜਦੋਂ ਇਕਨੋਮੀ ਨੂੰ ਤੇਜ਼ ਕਰਨਾ ਤਾਂ ਤੁਹਾਨੂੰ ਸਿੱਧਾ ਪੈਸਾ ਜਿਹੜਾ ਹੈਗਾ ਉਹ ਬਾਇਰ ਦੀ ਜੇਬ 'ਚ ਪਾਉਣਾ ਪੈਣਾ, ਪਰਚੇਜ਼ਰ ਦੀ ਜੇਬ 'ਚ, ਆਮ ਜਿਹੜਾ ਕੰਜ਼ਿਊਮਰ ਆ ਉਹਦੀ ਜੇਬ 'ਚ ਪਾਉਣਾ ਪੈਣਾ, ਤਾਂ ਹੀ ਜਿਹੜਾ ਇੰਡਸਟਰੀ ਦਾ ਔਰ ਟ੍ਰੇਡ ਦਾ ਚੱਕਾ ਘੁੰਮੇਗਾ। ਹਾਲੇ ਕਿ ਮਹਿੰਗਾਈ ਹੋਏਗੀ ਪਰ ਕੁਝ ਸਮੇਂ ਲਈ ਹੋਏਗੀ, ਪਰ ਤੁਹਾਡੀ ਜਿਹੜੀ ਇਕਨੋਮੀ ਰੁਕੀ ਪਈ ਹੈ ਉਹ ਤੇਜ਼ ਹੋਏਗੀ। ਤਾਂ ਆਸ ਕੀਤੀ ਜਾਣੀ ਚਾਹੀਦੀ ਹੈ ਵੀ ਸਰਕਾਰ ਜਿਹੜੀ ਹੈ ਇਸ, ਕਿਉਂਕਿ ਐਕਸਪਰਟਸ ਨੇ, ਅੱਜ ਵੀ ਮਿਸਟਰ ਬੈਨਰਜੀ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਕੁਝ ਅਖਬਾਰਾਂ ਦੇ ਵਿੱਚ ਛਪਿਆ, ਉਹਨਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਤੁਹਾਨੂੰ ਬੇਸ਼ੱਕ ਕਰੰਸੀ ਛਾਪਣੀ ਪਵੇ ਪਰ ਪਰਚੇਜ਼ਰ ਦੀ ਜੇਬ ਦੇ ਵਿੱਚ, ਜਿੰਨੀ ਦੇਰ ਕੰਜ਼ਿਊਮਰ ਦੀ ਜੇਬ 'ਚ ਜਿੰਨੀ ਦੇਰ ਪੈਸਾ ਨਹੀਂ ਪਾਓਗੇ ਉਨੀ ਦੇਰ ਇੰਡਸਟਰੀ ਦਾ ਬਣਿਆ ਸਮਾਨ ਖਰੀਦਿਆ ਨਹੀਂ ਜਾਏਗਾ। ਔਰ ਇਕਨੋਮੀ ਦਾ ਗੇੜਾ ਜਿਹੜਾ ਤੇਜ਼ ਕਰਨ ਲਈ ਜਿਹੜਾ ਮੈਨੂੰ ਲੱਗਦਾ ਕਿ ਸਰਕਾਰ ਇਹਨਾਂ ਸੁਝਾਵਾਂ ਤੇ ਧਿਆਨ ਦੇਗੀ। ਜੀ ਬਿਲਕੁਲ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ। ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਰਾਕੇਸ਼ ਸ਼ਾਂਤੀ ਦੂਤ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।